ਸਤਿ ਸ਼੍ਰੀ ਅਕਾਲ ਸਟੂਡੈਂਟਸ। ਕਥੋਡ ਰੇ ਔਸਿਲੋਸਕੋਪ ਦਾ ਬਲੌਕ ਡਾਇਗਰਾਮ ਲਾਸਟ ਟਾਈਮ ਸਟੱਡੀ ਕੀਤਾ ਸੀ। ਸੋ CRO ਜਿਹੜਾ ਇੱਕ ਬਹੁਤ ਹੀ ਇੰਪੋਰਟੈਂਟ ਆਪਣੇ ਕੋਲ ਇਕਵਿਪਮੈਂਟ ਹੁੰਦਾ ਹੈ ਇਲੈਕਟ੍ਰੋਨਿਕ ਇੰਸਟਰੂਮੈਂਟਸ ਦੀ ਜੇ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਸੋ ਜਿਹੜੇ ਆਪਣੇ ਆਪਾਂ ਵੋਲਟਮੀਟਰ ਕਰਦੇ ਹਾਂ ਵੋਲਟੇਜ ਨੂੰ ਮੇਅਰ ਕਰਨ ਵਾਸਤੇ, ਕਰੰਟ ਮੇਅਰ ਕਰਦੇ ਹਾਂ ਕਰੰਟ ਨੂੰ, ਐਮੀਟਰ ਮੇਅਰ ਕਰਦੇ ਹਾਂ ਆਪਾਂ ਕਰੰਟ ਨੂੰ ਮੇਅਰ ਕਰਨ ਵਾਸਤੇ, ਤੇ ਆਪਾਂ ਵਾਟਮੀਟਰ ਜਿਵੇਂ ਪਾਵਰ ਨੂੰ ਮੇਅਰ ਕਰਨ ਵਾਸਤੇ ਯੂਜ਼ ਕਰਦੇ ਹਾਂ। ਬਟ ਜਿਹੜੇ ਐਮੀਟਰ ਵੋਲਟਮੀਟਰ ਜਾਂ ਪਾਵਰ ਵਾਟਮੀਟਰਸ ਹੁੰਦੇ ਆ ਨਾ, ਇਹ ਆਪਾਂ ਨੂੰ ਸ਼ੇਪ ਨਹੀਂ ਦੱਸਦੇ ਉਹਦੀ, ਇਹ ਆਪਾਂ ਨੂੰ ਕੀ ਦੱਸਦੇ ਆ, ਮੈਗਨੀਚਿਊਡ ਦੱਸ ਦਿੰਦੇ ਆ ਕਿ ਵੋਲਟੇਜ ਦਾ ਕਿੰਨਾ ਮੈਗਨੀਚਿਊਡ ਆ, 230 ਵੋਲਟ ਆ, ਜਾਂ ਕਰੰਟ 4 ਐਂਪੀਅਰ ਆ, 5 ਐਂਪੀਅਰ ਆ, ਜਾਂ ਪਾਵਰ ਦੇ ਵਾਟਸ ਦੇ ਵਿੱਚ ਦੱਸ ਦਿੰਦਾ ਵੀ ਕਿੰਨੀ ਆਪਣੇ ਕੋਲ ਵਾਟੇਜ ਆ ਕੰਜ਼ਿਊਮ ਹੋ ਰਹੀ ਆ। ਬਟ ਇਹ ਜਿਹੜੇ ਇਕਵਿਪਮੈਂਟ ਹੁੰਦੇ ਆ ਆਪਾਂ ਨੂੰ ਸ਼ੇਪ ਨਹੀਂ ਦੱਸਦੇ ਵੀ ਵੇਵ ਸ਼ੇਪ ਕੀ ਆ, ਠੀਕ ਆ। ਸੋ ਜੇ ਆਪਾਂ ਵੇਵ ਸ਼ੇਪ ਦੇਖਣੀ ਆ ਤਾਂ ਉਹਦੇ ਵਾਸਤੇ ਕੀ ਆ, ਆਪਾਂ ਨੂੰ CRO ਨੂੰ ਯੂਜ਼ ਕਰਨਾ ਪੈਣਾ। ਸੋ ਇੱਕ ਬਹੁਤ ਹੀ ਆਪਣੇ ਕੋਲ ਇੰਪੋਰਟੈਂਟ ਇਕਵਿਪਮੈਂਟ ਹੁੰਦਾ ਹੈ ਇਹ, ਜਿਹਦੇ ਵਿੱਚ ਆਪਾਂ ਕੀ ਆ, ਇੱਕ ਆ ਦੇਖੋ ਸਕਰੀਨ ਹੁੰਦੀ ਆ ਜਿਹਦੇ ਵਿੱਚ ਆਪਾਂ ਕੀ ਆ ਵੇਵ ਦੀ ਸ਼ੇਪ ਦੇਖ ਸਕਦੇ ਹਾਂ ਕਿ ਜਿਹੜੀ ਇਨਪੁਟ ਸਿਗਨਲ ਦੀ ਵੇਵ ਆ ਮੇਰੀ, ਉਹਦੀ ਸਕੁਅਰ ਵੇਵ ਆ ਜਾਂ ਸਾਈਨ ਵੇਵ ਆ, ਤੇ ਉਹਦੀ ਕਿੰਨੀ ਫਰੀਕੁਐਂਸੀ ਆ, ਉਹ ਵੀ ਆਪਾਂ ਜਿਹੜਾ CRO ਨੂੰ ਯੂਜ਼ ਕਰਕੇ ਉਤੋਂ ਦੇਖ ਸਕਦੇ ਹਾਂ। ਓਕੇ, ਸੋ ਇਹਦੇ ਵਿੱਚ ਦੇਖੋ ਆਪਾਂ ਨੂੰ ਮੈਗਨੀਚਿਊਡ ਵੀ ਪਤਾ ਲੱਗ ਜਾਣਾ ਵੀ ਕਿੰਨਾ ਮੈਗਨੀਚਿਊਡ ਆ, ਕਿੰਨੀ ਫਰੀਕੁਐਂਸੀ ਆ, ਠੀਕ ਆ, ਵੇਵ ਦੀ ਕੀ ਸ਼ੇਪ ਆ, ਉਹ ਸਾਰਾ ਕੁਝ ਆਪਾਂ ਇੱਥੋਂ ਦੇਖ ਸਕਦੇ ਹਾਂ CRO ਤੋਂ। ਸੋ CRO ਦਾ ਬਲੌਕ ਡਾਇਗਰਾਮ ਕੀਤਾ ਸੀ ਜਿਹਦੇ ਵਿੱਚ ਆਪਾਂ 5 ਮੇਨ ਉਹਦੇ ਬਲੌਕ ਸੀਗੇ, ਤੇ ਇੱਕ ਸਭ ਤੋਂ ਇੰਪੋਰਟੈਂਟ ਪਾਰਟ ਜਿਹੜਾ ਸੀ CRT ਸੀ, ਜਿਹੜਾ ਆਪਾਂ ਅੱਜ ਸਟੱਡੀ ਵੀ ਕਰਨਾ ਆ। ਸੋ CRT ਨੂੰ ਹੀ ਅੱਜ ਆਪਾਂ ਸਟੱਡੀ ਕਰਨਾ ਡਿਟੇਲ ਦੇ ਵਿੱਚ ਕਿ CRT ਕੀ ਚੀਜ਼ ਹੁੰਦੀ ਆ ਤੇ CRT ਦਾ ਕੀ ਕੰਮ ਹੁੰਦਾ, ਬਿਕੋਜ਼ ਸਭ ਤੋਂ ਮੇਨ ਪਾਰਟ ਦੇਖੋ CRT ਹੀ ਆ। ਹਾਈ ਵੋਲਟੇਜ ਜਿਹੜੀ ਹੁੰਦੀ ਹੈ ਇਹਨੂੰ ਆਪਾਂ ਦਿੰਦੇ ਹਾਂ, ਕਿਉਂ ਦਿੰਦੇ ਹਾਂ, ਉਹ ਸਾਰੀਆਂ ਚੀਜ਼ਾਂ ਸਟੱਡੀ ਕਰਨੀਆਂ। ਸੋ CRT ਕੀ ਹੁੰਦੀ ਹੈ, ਕੈਥੋਡ ਰੇ ਟਿਊਬ, ਠੀਕ ਹੈ। ਸੋ ਕੈਥੋਡ ਰੇ ਟਿਊਬ ਹੁੰਦੀ ਆ, ਸੋ ਨਾਮ ਤੋਂ ਹੀ ਪਤਾ ਲੱਗਦਾ ਇਹਦੇ ਵਿੱਚ ਕੀ ਹੋਊਗਾ, ਇੱਕ ਟਿਊਬ ਆ ਜਿਹਦੇ ਵਿੱਚ ਕੈਥੋਡ ਦੀ ਆਪਾਂ ਰੇਜ਼ ਜਨਰੇਟ ਕਰਦੇ ਹਾਂ, ਠੀਕ ਹੈ। ਸੋ ਜਿਹੜੀ CRT ਹੁੰਦੀ ਹੈ ਇਲੈਕਟ੍ਰੋਨਿਕ ਬੀਮ ਨੂੰ ਬੇਸਿਕਲੀ ਜਨਰੇਟ ਕਰਦੀ ਹੈ, ਜਾਂ ਇਲੈਕਟ੍ਰੋਨ ਬੀਮ ਨੂੰ ਜਨਰੇਟ ਕਰਦੀ ਆ, ਜਿਹੜੀ ਕਿ ਜਾ ਕੇ ਆਪਣੇ ਕੋਲ ਵਰਟੀਕਲ ਡਿਫਲੈਕਸ਼ਨ ਤੇ ਹੌਰੀਜ਼ੌਂਟਲ ਡਿਫਲੈਕਸ਼ਨ ਪਲੇਟਸ ਦੇ ਉੱਪਰ ਸਟਰਾਈਕ ਹੁੰਦੀ ਆ, ਤੇ ਇਹੀ ਦੋਨੋਂ ਪਲੇਟਸ ਜਿਹੜੀਆਂ ਆ ਉਹਦਾ ਜਿਹੜਾ ਡਾਇਰੈਕਸ਼ਨਸ ਹੁੰਦੀਆਂ ਉਹਨੂੰ ਡਿਸਾਈਡ ਕਰਦੀਆਂ, ਠੀਕ ਆ। ਸੋ ਜਿਹੜੀ ਬੀਮ ਹੁੰਦੀ ਆ ਇਹ ਕੀ ਆ, ਵਰਟੀਕਲੀ ਤੇ ਹੌਰੀਜ਼ੌਂਟਲੀ ਜਿਹੜੀ ਆ ਡਿਫਲੈਕਟ ਹੋ ਕੇ ਮੇਰੇ ਕੋਲ ਸਕਰੀਨ ਦੇ ਉੱਪਰ ਆਉਂਦੀ ਆ, ਤੇ ਸਕਰੀਨ ਤੇ ਮੈਨੂੰ ਡਿਸਪਲੇ ਮਿਲ ਜਾਂਦੀ ਆ ਕਿ ਮੇਰੇ ਕੋਲ ਜਿਹੜੀ ਵੇਵ ਆ ਉਹ ਕਿੱਦਾਂ ਦੀ ਆ। ਸੋ ਉਹਨਾਂ ਨੂੰ ਜਿਹੜੀ ਡਿਫਲੈਕਟ ਕਰਦਾ ਕੌਣ ਕਰਦਾ, ਉਹ ਦੋਨੋਂ ਆਹ ਪਲੇਟਸ ਕਰਦੀਆਂ ਨੇ, ਵਰਟੀਕਲ ਡਿਫਲੈਕਸ਼ਨ ਪਲੇਟ ਤੇ ਹੌਰੀਜ਼ੌਂਟਲ ਡਿਫਲੈਕਸ਼ਨ ਪਲੇਟ ਜਿਹੜੀਆਂ ਆ, ਇਲੈਕਟ੍ਰੋਨ ਬੀਮ ਜਿਹੜੀ ਆ ਉਹਨੂੰ ਵਰਟੀਕਲੀ ਜਾਂ ਹੌਰੀਜ਼ੌਂਟਲੀ ਕੀ ਕਰਦੀਆਂ ਆ, ਡਿਸਪਲੇ ਕਰਦੀਆਂ ਆ। ਓਕੇ, ਸੋ ਜਿਹੜੀ ਡਿਸਪਲੇ ਹੁੰਦੀ ਉਹੀ ਮੈਨੂੰ ਸਕਰੀਨ ਦੇ ਉੱਪਰ ਕੀ ਆ, ਸ਼ੋ ਹੋ ਜਾਂਦੀ ਹੈ। ਸੋ ਬੇਸਿਕ ਪਾਰਟਸ ਦੀ ਜੇ ਮੈਂ ਗੱਲ ਕਰਾਂ CRT ਦੇ, ਤਾਂ ਉਹਦੇ ਵਿੱਚ ਆਹ 5 ਮੇਰੇ ਕੋਲ ਬੇਸਿਕ ਪਾਰਟਸ ਹੁੰਦੇ ਆ, ਇਲੈਕਟ੍ਰੋਨ ਗਨ, ਡਿਫਲੈਕਸ਼ਨ ਸਿਸਟਮ, ਫਲੋਰੋਸੈਂਟ ਸਕਰੀਨ, ਗਲਾਸ ਟਿਊਬ ਔਰ ਐਨਵੈਲਪ, ਤੇ ਟਿਊਬ ਬੇਸ। ਸੋ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ, ਬਾਹਰੋਂ ਚੱਲਦੇ ਹਾਂ। ਤਾਂ ਇਹ ਦੇਖੋ, ਇਹ ਜਿਹੜੀ ਆਪਣੇ ਕੋਲ ਇਹਦੀ ਗਲਾਸ ਬੋਡੀ ਹੁੰਦੀ ਆ, ਠੀਕ ਆ। ਸੋ ਜਿਹੜਾ ਆਊਟਰ ਏਰੀਆ ਇਹਦਾ ਇਹ ਕੀ ਹੁੰਦਾ, ਇਹ ਗਲਾਸ ਦਾ ਬਣਿਆ ਹੁੰਦਾ, ਗਲਾਸ ਮਟੀਰੀਅਲ ਦਾ ਬਣਿਆ ਹੁੰਦਾ। ਇੱਕ ਚੀਜ਼ ਹੋਰ ਯਾਦ ਰੱਖਿਓ, ਜਿਹੜੀ CRT ਹੁੰਦੀ ਨੇ ਵੈਕਿਊਮ ਸੀਲਡ ਹੁੰਦੀ ਆ ਟਿਊਬ, ਮੀਨਸ ਕਿ ਜਿਹੜਾ ਉਹਦਾ ਅੰਦਰਲਾ ਪਾਰਟ ਆ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ 에ਅਰ ਜਿਹੜੀ ਹੁੰਦੀ ਆ ਉਹ ਅਵੇਲੇਬਲ ਨਹੀਂ ਹੁੰਦੀ, ਟੋਟਲੀ ਵੈਕਿਊਮ ਸੀਲਡ ਇਹ ਜਿਹੜੀ ਹੁੰਦੀ ਆ ਟਿਊਬ ਹੁੰਦੀ ਆ। ਤੇ ਜਿਹੜੀ ਦੀ ਆਊਟਰ ਬਾਡੀ ਹੁੰਦੀ ਉਹ ਕਿਸ ਚੀਜ਼ ਦੀ ਬਣੀ ਹੁੰਦੀ ਆ, ਗਲਾਸ ਦੀ ਬਣੀ ਹੁੰਦੀ ਆ ਆਊਟਰ ਬਾਡੀ। ਓਕੇ, ਦੈਨ ਨੈਕਸਟ ਜੇ ਆਪਾਂ ਚੱਲਦੇ ਹਾਂ ਤਾਂ ਨੈਕਸਟ ਮੇਰੇ ਕੋਲ ਆ ਜਾਂਦਾ ਪਿਨ ਫॉर ਐਕਸਟਰਨਲ ਕਨੈਕਸ਼ਨ। ਸੋ ਇਹ ਜਿਹੜੀਆਂ ਪਿਨਸ ਆ ਮੇਰੇ ਕੋਲ, ਇਹਨਾਂ ਦੇ ਨਾਲ ਆਪਾਂ ਕੀ ਕਰਦੇ ਹਾਂ, ਐਕਸਟਰਨਲ ਕਨੈਕਸ਼ਨ ਕਰਦੇ ਹਾਂ। ਐਕਸਟਰਨਲ ਕਨੈਕਸ਼ਨ ਕਿਹਦੇ ਵਾਸਤੇ, ਐਕਸਟਰਨਲ ਸਪਲਾਈ ਵਾਸਤੇ, ਠੀਕ ਆ। ਸੋ ਇਹ ਜਿਹੜੀਆਂ ਆਪਣੇ ਕੋਲ ਪਿਨਸ ਹੁੰਦੀਆਂ ਨਾ, ਆ ਜਿਹੜੀਆਂ ਪਿਨਸ ਆ ਇਹ ਕਿਹਦੇ ਥਰੂ ਅੰਦਰ ਗਈਆਂ ਹੁੰਦੀਆਂ, ਟਿਊਬ ਬੇਸ ਦੇ ਥਰੂ। ਆ ਦੇਖੋ, ਟਿਊਬ ਬੇਸ ਦੇ ਥਰੂ ਅੰਦਰ ਗਈਆਂ ਹੁੰਦੀਆਂ। ਸੋ ਇਹ ਵੈਕਿਊਮ ਸੀਲਡ ਹੁੰਦੀ ਨਾ, ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ 에ਅਰ ਨਹੀਂ ਜਾਣੀ ਚਾਹੀਦੀ, ਇਸ ਕਰਕੇ ਆਪਾਂ ਕੀ ਆ ਟਿਊਬ ਬੇਸ ਯੂਜ਼ ਕਰਦੇ ਹਾਂ, ਜਿਹਦੇ ਵਿੱਚ ਪਿਨਸ ਨੂੰ ਇਨਸਰਟ ਕੀਤਾ ਹੁੰਦਾ, ਤੇ ਉਹ ਪਿਨਸ ਅੱਗੇ ਕੀ ਆ ਸਪਲਾਈ ਦਿੰਦੇ ਆ ਹੀਟਰ ਨੂੰ। ਸੋ ਨੈਕਸਟ ਮੇਰੇ ਕੋਲ ਪਾਰਟ ਆ ਜਾਂਦਾ ਹੀਟਰ। ਹੁਣ ਹੀਟਰ ਦਾ ਕੰਮ ਪਤਾ ਹੀ ਆ ਸਾਰਿਆਂ ਨੂੰ, ਹੀਟ ਅਪ ਕਰਨਾ, ਜਾਂ ਹੀਟ ਹੋਣਾ, ਜਾਂ ਗਰਮੀ ਪ੍ਰੋਡਿਊਸ ਕਰਨਾ। ਸੋ ਇੱਥੇ ਬਟ ਹੀਟਰ ਦਾ ਕੀ ਰੋਲ ਹੋਇਆ, ਸੋ ਇੱਥੇ ਹੀਟਰ ਦੇਖੋ ਲੱਗਾ ਹੁੰਦਾ, ਹਾਈ ਵੋਲਟੇਜ ਦਿੰਦੇ ਆ, ਇਹ ਕੀ ਕਰਦਾ, ਇਹ ਹੀਟ ਪ੍ਰੋਡਿਊਸ ਕਰਦਾ ਬਹੁਤ ਜ਼ਿਆਦਾ। ਸੋ ਇਹਦੇ ਆਪਾਂ ਜੇ ਆਊਟਰ ਸਰਫੇਸ ਤੇ ਦੇਖੀਏ ਤਾਂ ਦੇਖੋ ਇੱਥੇ ਕੀ ਲੱਗਾ ਹੋਇਆ, ਕੈਥੋਡ ਲੱਗਾ ਹੋਇਆ ਆ, ਠੀਕ ਆ। ਸੋ ਕੈਥੋਡ ਜਿਹੜਾ ਹੁੰਦਾ ਜਦੋਂ ਵੀ ਹੀਟ ਅਪ ਹੁੰਦਾ ਤਾਂ ਥਰਮਲ ਐਮਿਸ਼ਨ ਦੇ ਨਾਲ ਕੀ ਹੈ, ਇਲੈਕਟ੍ਰੋਨਸ ਬੀਮ ਜਨਰੇਟ ਕਰਦਾ ਉਹ। ਓਕੇ, ਸੋ ਇਲੈਕਟ੍ਰੋਨ ਜਨਰੇਟ ਕਰਦਾ। ਸੋ ਹੁਣ ਦੇਖੋ ਹੀਟਰ ਕੀ ਹੋਇਆ, ਹੀਟ ਅਪ ਹੋਇਆ, ਇਹਨੇ ਕੀ ਕਰਨਾ, ਜਿਹੜਾ ਆਊਟਰ ਕੈਥੋਡ ਆ ਇਹਨੂੰ ਵੀ ਗਰਮ ਕਰ ਦੇਣਾ। ਸੋ ਥਰਮਲ ਐਮਿਸ਼ਨ ਕਰਕੇ ਕੀ ਆ, ਜਿਹੜੇ ਇਲੈਕਟ੍ਰੋਨਸ ਹੋਣੇ ਆ ਉਹ ਜਨਰੇਟ ਹੋ ਜਾਣੇ ਆ, ਤੇ ਉਹ ਜਿਹੜੇ ਇਲੈਕਟ੍ਰੋਨ ਆ ਉਹ ਕਿੱਥੇ ਇਕੱਠੇ ਹੋਣੇ ਆ, ਕੰਟਰੋਲ ਗ੍ਰਿਡ ਦੇ ਆ ਦੇਖੋ ਇਕੱਠੇ ਹੋ ਜਾਣੇ ਆ। ਮੇਰੇ ਕੋਲ ਕੀ ਆ, ਕੰਟਰੋਲ ਗ੍ਰਿਡ ਆ, ਠੀਕ ਆ। ਤੇ ਬਾਕੀ ਇਹਦੇ ਵਿੱਚ ਆ ਦੇਖੋ ਜਿਹੜਾ ਇੰਨਾ ਪਾਰਟ ਆ ਮੇਰੇ ਕੋਲ ਕੈਥੋਡ ਤੋਂ ਲੈ ਕੇ ਤੇ ਐਕਸਲਰੇਟਿੰਗ ਐਨੋਡ ਤੱਕ, ਇਹ ਕੀ ਆ ਮੇਰੇ ਕੋਲ ਇਲੈਕਟ੍ਰੋਨ ਗਨ ਦੇ ਪਾਰਟ ਆ। ਓਕੇ, ਸੋ ਜਿਹੜਾ ਇਲੈਕਟ੍ਰੋਨ ਜਨਰੇਟ ਹੋਏ ਕਿੱਥੇ, ਇੱਥੇ ਕੰਟਰੋਲ ਗ੍ਰਿਡ ਜਿਹੜਾ ਹੋ ਗਿਆ ਇੱਥੇ ਇਕੱਠੇ ਆ ਗਏ। ਹੁਣ ਕੰਟਰੋਲ ਗ੍ਰਿਡ ਦਾ ਕੀ ਕੰਮ ਆ, ਦੇਖੋ ਇਹਦਾ ਨਾਮ ਹੀ ਹੈ ਕੰਟਰੋਲ ਗ੍ਰਿਡ, ਯਾਨੀ ਕਿ ਇਹਨੇ ਕੀ ਕਰਨਾ ਹੁੰਦਾ, ਕੰਟਰੋਲ ਕਰਨਾ ਹੁੰਦਾ। ਕਿਹਨੂੰ ਕੰਟਰੋਲ ਕਰਨਾ ਹੁੰਦਾ, ਜਿਹੜੀ ਇਲੈਕਟ੍ਰੋਨ ਦੀ ਬੀਮ ਆ ਇਹਨੂੰ ਕੰਟਰੋਲ ਕਰਨਾ ਹੁੰਦਾ। ਸੋ ਜਿੰਨੇ ਵੀ ਇਲੈਕਟ੍ਰੋਨਸ ਆ ਇੱਥੇ ਮੇਰੇ ਕੋਲ ਇਕੱਠੇ ਹੋ ਜਾਂਦੇ ਆ, ਤੇ ਕੰਟਰੋਲ ਗ੍ਰਿਡ ਜਿਹੜਾ ਹੁੰਦਾ ਉਹ ਕੀ ਕਰਦਾ, ਇਹਨਾਂ ਨੂੰ ਅੱਗੇ ਕੀ ਕਰਦਾ, ਬਹੁਤ ਤੇਜ਼ੀ ਦੇ ਨਾਲ ਕੀ ਕਰਦਾ ਆ, ਸਟਰਾਈਕ ਕਰਦਾ। ਕਿੱਦਾਂ ਤੇਜ਼ੀ ਨਾਲ ਸਟਰਾਈਕ ਕਰਦਾ, ਕਿਉਂਕਿ ਦੇਖੋ ਜਿਹੜੇ ਇਲੈਕਟ੍ਰੋਨ ਹੁੰਦੇ ਉਹਨਾਂ ਤੇ ਕਿਹੜਾ ਚਾਰਜ ਹੁੰਦਾ, ਨੈਗੇਟਿਵ ਚਾਰਜ ਹੁੰਦਾ, ਠੀਕ ਆ। ਸੋ ਇਹ ਜਿਹੜਾ ਇੱਕ ਕੈਥੋਡ ਆ ਇਹਨੂੰ ਆਪਾਂ ਸਪਲਾਈ ਵੀ ਕਿਹੜੀ ਦਿੱਤੀ ਆ,
ਨੈਗੇਟਿਵ ਸਪਲਾਈ ਦਿੱਤੀ ਆ। ਸੋ ਸੇਮ ਪੋਲੈਰਿਟੀ ਆ, ਤੇ ਜੇ ਸੇਮ ਪੋਲੈਰਿਟੀ ਹੈ ਕੀ ਰਿਪੈਲ ਕਰਨਗੇ ਇੱਕ ਦੂਜੇ ਨੂੰ। ਸੋ ਜਿਹੜੇ ਇਲੈਕਟ੍ਰੋਨਸ ਆ ਇੱਥੋਂ ਰਿਪੈਲ ਹੁੰਦੇ ਆ ਬੜੀ ਤੇਜ਼ੀ ਦੇ ਨਾਲ, ਠੀਕ ਆ, ਇੱਥੋਂ ਕੀ ਆ ਰਿਪੈਲ ਹੁੰਦੇ ਆ। ਸੋ ਆ ਦੇਖੋ ਜਿਹੜੀ ਥੋੜੀ ਜਿਹੀ ਜਗ੍ਹਾ ਆਪਾਂ ਨੂੰ ਦਿਖ ਰਹੀ ਹੈ ਨਾ ਇੱਥੇ, ਆ ਦੇਖੋ ਇੰਨੀ ਜਗ੍ਹਾ ਕੰਟਰੋਲ ਗ੍ਰਿਡ, ਇਹ ਇੰਨੀ ਕੁ ਜਗ੍ਹਾ ਤੋਂ ਕੀ ਆ ਕੰਟਰੋਲਡ ਵੇ ਦੇ ਵਿੱਚ ਇਲੈਕਟ੍ਰੋਨ ਜਿਹੜੇ ਆ ਉਹ ਇੱਥੇ ਸਟ੍ਰਾਈਕ ਹੁੰਦੇ ਆ, ਅੱਗੇ ਜਾਂਦੀ ਲਾਈਕ ਬੀਮ ਜਿਹੜੀ ਹੈ ਇੱਥੋਂ ਅੱਗੇ ਜਾਂਦੀ। ਜੇ ਆਪਾਂ ਕੰਟਰੋਲ ਗ੍ਰਿਡ ਨਹੀਂ ਲਾਵਾਂਗੇ ਤਾਂ ਕੀ ਹੋਣਾ, ਜਿਹੜੇ ਇਲੈਕਟ੍ਰੋਨਸ ਹੋਣਗੇ ਨਾ ਉਹ ਸਕੈਟਰ ਹੋ ਜਾਣੇ ਆ ਮੇਰੀ ਸਾਰੀ ਟਿਊਬ ਦੇ ਵਿੱਚ, ਖਿੱਲਰ ਜਾਣੇ ਆ, ਉਹਨਾਂ ਨੂੰ ਇੱਕ ਪਰਟੀਕੂਲਰ ਰਸਤਾ ਨਹੀਂ ਮਿਲਣਾ। ਸੋ ਜਿਹੜੇ ਇਲੈਕਟ੍ਰੋਨ ਆ ਇੱਕ ਪਰਟੀਕੂਲਰ ਡਾਇਰੈਕਸ਼ਨ ਦੇ ਵਿੱਚ ਹੀ ਮੂਵ ਕਰਨ, ਉਹਦੇ ਵਾਸਤੇ ਆਪਾਂ ਜਿਹੜਾ ਹੁੰਦਾ ਕੰਟਰੋਲ ਗ੍ਰਿਡ ਨੂੰ ਯੂਜ਼ ਕਰਦੇ ਹਾਂ। ਇਸ ਤੋਂ ਇਲਾਵਾ ਜੇ ਆਪਾਂ ਲਾਈਟ ਨੂੰ ਕੰਟਰੋਲ ਕਰਨਾ ਉਹਦੀ ਨੂੰ, ਤਾਂ ਉਹਦੇ ਵਾਸਤੇ ਵੀ ਆਪਾਂ ਕੰਟਰੋਲ ਗ੍ਰਿਡ ਜਿਹੜਾ ਹੁੰਦਾ ਯੂਜ਼ ਕਰ ਸਕਦੇ ਹਾਂ ਉਹਨੂੰ। ਤੇ ਥਰਡ ਇਹਦਾ ਇਹ ਹੁੰਦਾ ਵੀ ਇਹਦੇ ਵਿੱਚ ਨੈਗੇਟਿਵ ਆਪਾਂ ਦਿੱਤਾ ਹੁੰਦਾ ਚਾਰਜ, ਜਿਹਦੇ ਕਰਕੇ ਕੀ ਆ ਨੈਗੇਟਿਵ ਤੇ ਇਲੈਕਟ੍ਰੋਨ ਜਿਹੜੇ ਰਿਪੈਲ ਕਰਦੇ ਇੱਕ ਦੂਜੇ ਨੂੰ, ਤੇ ਬੜੀ ਤੇਜ਼ੀ ਦੇ ਨਾਲ ਕੰਟਰੋਲ ਗ੍ਰਿਡ ਚੋਂ ਇਲੈਕਟ੍ਰੋਨ ਜਿਹੜੇ ਹੁੰਦੇ ਆ ਉਹ ਬਾਹਰ ਜਾਂਦੇ ਆ। ਉਸ ਤੋਂ ਬਾਅਦ 'ਚ ਮੇਰੇ ਕੋਲ ਦੇਖੋ ਆਪਣੇ ਕੋਲ ਇਲੈਕਟ੍ਰੋਨ ਗਨ ਦੇ ਵਿੱਚ ਤਿੰਨ ਜਿਹੜੇ ਹੁੰਦੇ ਆ ਐਨੋਡ ਹੁੰਦੇ ਆ, ਪ੍ਰੀ ਐਕਸਲਰੇਟਿੰਗ ਐਨੋਡ, ਫੋਕਸਿੰਗ ਐਨੋਡ ਤੇ ਐਕਸਲਰੇਟਿੰਗ ਐਨੋਡ। ਸੋ ਇਹ ਜਿਹੜੇ ਨੋਡ ਹੁੰਦੇ ਆ ਇਹਨਾਂ ਨੂੰ ਆਪਾਂ ਕੀ ਆ ਪੋਜ਼ਿਟਿਵ ਸਪਲਾਈ ਦਿੰਦੇ ਆ। ਪੋਜ਼ਿਟਿਵ ਸਪਲਾਈ ਦੇ ਨਾਲ ਕੀ ਹੁੰਦਾ ਆ ਕਿ ਜਿਹੜੇ ਨੈਗੇਟਿਵ ਇਲੈਕਟ੍ਰੋਨ ਆ ਉਹ ਪੋਜ਼ਿਟਿਵ ਵੱਲ ਨੂੰ ਅਟਰੈਕਟ ਹੋਣਗੇ। ਸੋ ਇੱਥੋਂ ਕੀ ਆ ਇਹ ਸਾਰੇ ਦੇਖੋ ਇੱਥੋਂ ਤੱਕ ਕੀ ਆ ਇਲੈਕਟ੍ਰੋਨ ਜਿਹੜੇ ਆ ਅਟਰੈਕਟ ਹੁੰਦੇ ਆ। ਸੋ ਇੱਥੇ ਇਸ ਪੁਆਇੰਟ ਤੇ ਆ ਕੇ ਐਕਸਲਰੇਟਿੰਗ ਨੋਡ ਤੱਕ ਪਹੁੰਚ ਕੇ ਕੀ ਆ ਜਿਹੜੀ ਇਹਨਾਂ ਦੀ ਸਪੀਡ ਹੁੰਦੀ ਆ ਬਹੁਤ ਜ਼ਿਆਦਾ ਕੀ ਆ ਇਨਕਰੀਜ਼ ਹੋ ਜਾਂਦੀ ਆ। ਸੋ ਜਿਹੜੀ ਇਨਕਰੀਜ਼ਡ ਸਪੀਡ ਹੁੰਦੀ ਉਹੀ ਅੱਗੇ ਕੀ ਆ ਵਰਟੀਕਲ ਡਿਫਲੈਕਸ਼ਨ ਪੀਰੀਅਡ ਜਿਹੜੀ ਹੁੰਦੀ ਹੈ ਤੇ ਸਟ੍ਰਾਈਕ। ਸੋ ਇਹ ਜਿਹੜੇ ਤਿੰਨ ਹੁੰਦੇ ਆ ਇਹਨਾਂ ਦਾ ਮੇਨ ਕੰਮ ਜਿਹੜਾ ਹੁੰਦਾ ਉਹ ਸਪੀਡ ਨੂੰ ਵਧਾਉਣਾ ਹੀ ਹੁੰਦਾ। ਜਿਹੜੇ ਪ੍ਰੀ ਐਕਸਲਰੇਟਿੰਗ ਨੋਡ ਆ, ਫੋਕਸਿੰਗ ਨੋਡ ਆ ਤੇ ਐਕਸਲਰੇਟਿੰਗ ਨੋਡ ਆ, ਇਹਨਾਂ ਦਾ ਜਿਹੜਾ ਮੇਨ ਕੰਮ ਹੁੰਦਾ, ਇਹਨਾਂ ਦਾ ਮੇਨ ਕੰਮ ਇਹੀ ਹੁੰਦਾ ਕਿ ਇਹਨਾਂ ਨੇ ਜਿਹੜੀ ਇਲੈਕਟ੍ਰੋਨਿਕ ਬੀਮ ਆ ਨਾ, ਇਹਦਾ ਜਿਹੜਾ ਸਪੀਡ ਹੁੰਦੀ ਆ ਨਾ ਉਹ ਸਪੀਡ ਨੂੰ ਬਹੁਤ ਜ਼ਿਆਦਾ ਇਨਕਰੀਜ਼ ਕਰਨਾ ਹੁੰਦਾ। ਦੇਖੋ ਇਸੇ ਕਰਕੇ ਇਹਨੂੰ ਕੀ ਆ ਆਪਾਂ ਨਾਮ ਕੀ ਦਿੱਤਾ ਹੋਇਆ, ਇਲੈਕਟ੍ਰੋਨ ਗਨ ਦਾ ਨਾਮ ਦਿੱਤਾ ਹੋਇਆ। ਹੁਣ ਗਨ ਕੀ ਹੁੰਦਾ, ਗਨ ਉਹ ਹੁੰਦੀ ਜਿਹਦੇ ਵਿੱਚੋਂ ਬੁਲਟ ਜਿਹੜੀ ਬੜੀ ਤੇਜ਼ੀ ਦੇ ਨਾਲ ਨਿਕਲਦੀ ਹੈ, ਠੀਕ ਆ। ਸੋ ਇਹ ਕੀ ਆ ਇਲੈਕਟ੍ਰੋਨ ਗਨ ਆ। ਸੋ ਇਲੈਕਟ੍ਰੋਨ ਦੀ ਗਨ ਆ ਇਹ ਜਿਹਦੇ ਵਿੱਚ ਇਲੈਕਟ੍ਰੋਨ ਬੜੀ ਤੇਜ਼ੀ ਨਾਲ ਨਿਕਲਣਗੇ। ਸੋ ਉਹ ਕੀ ਆ ਉਹ ਕੰਮ ਇੱਥੇ ਹੋ ਰਿਹਾ ਆਪਣੇ ਕੋਲ। ਜਿੱਦਾਂ ਪ੍ਰੀ ਐਕਸਲਰੇਟਿੰਗ ਨੋਡ ਆ ਇਹਨੂੰ ਆਪਾਂ ਹਾਈ ਪੋਜ਼ਿਟਿਵ ਵੋਲਟੇਜ ਦਿੱਤੀ ਹੁੰਦੀ, ਜਿਹਦੇ ਕਰਕੇ ਕੰਟਰੋਲ ਗ੍ਰਿਡ 'ਚੋਂ ਬੜੀ ਤੇਜ਼ੀ ਦੇ ਨਾਲ ਜਿਹੜੇ ਆਪਣੇ ਇਲੈਕਟ੍ਰੋਨਸ ਹੁੰਦੇ ਨੇ ਇੱਥੇ ਪਹੁੰਚਦੇ ਆ ਪ੍ਰੀ ਐਕਸਲਰੇਟਿੰਗ ਨੋਡ 'ਚ, ਤੇ ਪ੍ਰੀ ਐਕਸਲਰੇਟਿੰਗ ਸਪੀਡ ਨੂੰ ਇਨਕਰੀਜ਼ ਕਰ ਦਿੰਦਾ। ਉਸ ਤੋਂ ਫੋਕਸਿੰਗ ਨੋਡ ਹੁੰਦਾ, ਫੋਕਸਿੰਗ ਨੋਡ ਦੇ ਵਿੱਚ ਥੋੜੀ ਘੱਟ ਵੋਲਟੇਜ ਦਿੱਤੀ ਹੁੰਦੀ ਆ ਪ੍ਰੀ ਐਕਸਲਰੇਟਿੰਗ ਨਾਲੋਂ। ਸੋ ਜਿਹੜੇ ਇਲੈਕਟ੍ਰੋਨਸ ਹੁੰਦੇ ਉਹ ਅੱਗੇ ਜਿਹੜੇ ਆ ਅਟਰੈਕਟ ਹੋ ਜਾਂਦੇ। ਉਸ ਤੋਂ ਬਾਅਦ ਹੁੰਦਾ ਐਕਸਲਰੇਟਿੰਗ ਨੋਡ, ਇਹਦੇ ਵਿੱਚ ਵੀ ਆਪਾਂ ਹਾਈ ਜਿਹੜੀ ਆ ਵੋਲਟੇਜ ਦਿੱਤੀ ਹੁੰਦੀ ਆ ਪੋਜ਼ਿਟਿਵ ਵੋਲਟੇਜ, ਜਿਹਦੇ ਕਰਕੇ ਕੀ ਹੁੰਦਾ ਜਿਹੜੇ ਇਲੈਕਟ੍ਰੋਨਸ ਹੁੰਦੇ ਆ ਨਾ ਜਦੋਂ ਨਿਕਲਦੇ ਆ ਇੱਥੋਂ ਐਕਸਲਰੇਟਿੰਗ ਨੋਡ ਤੋਂ ਬਾਹਰ ਨਿਕਲਦੇ ਆ, ਉਹਨਾਂ ਦੀ ਜਿਹੜੀ ਸਪੀਡ ਹੁੰਦੀ ਆ ਬਹੁਤ ਹੀ ਜ਼ਿਆਦਾ ਤੇਜ਼ ਹੋ ਜਾਂਦੀ ਆ, ਤੇ ਜਿਹੜਾ ਆਪਣਾ ਪੁਆਇੰਟ ਹੁੰਦਾ ਆ ਇਲੈਕਟ੍ਰੋਨ ਬੀਮ ਦਾ ਬੜਾ ਸ਼ਾਰਪ ਪੁਆਇੰਟ ਹੋ ਜਾਂਦਾ, ਠੀਕ ਆ। ਸੋ ਜਿਹੜੀ ਉਹ ਬੀਮ ਆ ਇੱਥੋਂ ਨਿਕਲ ਕੇ ਸਿੱਧੀ ਕੀ ਆ ਜਿਹੜੀ ਫਲੋਰੋਸੈਂਟ ਸਕਰੀਨ ਹੁੰਦੀ ਆ ਇਹਦੇ ਉੱਪਰ ਕੀ ਆ ਇੱਕ ਬ੍ਰਾਈਟ ਸਪੌਟ ਜਨਰੇਟ ਕਰ ਦਿੰਦੀ, ਜਾਂ ਫਿਰ ਇੱਕ ਡਾਟ ਆਪਾਂ ਕਹਿ ਸਕਦੇ ਹਾਂ ਜਨਰੇਟ ਕਰ ਦਿੰਦੀ ਹੈ, ਠੀਕ ਆ। ਸੋ ਐਕਸਲਰੇਟਿੰਗ ਨੋਡ ਤੋਂ ਕੀ ਹੁੰਦਾ ਆ ਬੜੀ ਹੀ ਸ਼ਾਰਪ ਤੇ ਬੜੇ ਹੀ ਮਤਲਬ ਕਿ ਸਟੀਕ ਜਿਹੜੀ ਤਰੀਕੇ ਦੇ ਨਾਲ ਕੀ ਆ ਬੜੇ ਸ਼ਾਰਪ ਤੇ ਬੜੇ ਹੀ ਸਿੱਧੇ ਤਰੀਕੇ ਦੇ ਨਾਲ ਕੀ ਆ ਜਿਹੜੀ ਆਪਣੀ ਬੀਮ ਹੁੰਦੀ ਆ ਉਹ ਬੜੀ ਤੇਜ਼ੀ ਦੇ ਨਾਲ ਨਿਕਲ ਕੇ ਕੀ ਆ ਇੱਕ ਬ੍ਰਾਈਟ ਸਪੌਟ ਬਣਾ ਦਿੰਦੀ ਹੈ ਕਿਤੇ ਫਲੋਰਸੈਂਟ ਸਕਰੀਨ ਤੇ, ਯਾਦ ਰੱਖਿਓ। ਸੋ ਇਹਦਾ ਸਾਰੇ ਦਾ ਕੰਮ ਜਿਹੜਾ ਹੁੰਦਾ ਕੰਟਰੋਲ ਗ੍ਰਿਡ ਤੋਂ ਰਹਿ ਕੇ ਐਕਸਲਰੇਟਿੰਗ ਨੋਡ ਤੱਕ ਇਹਨੇ ਸਪੀਡ ਨੂੰ ਇਨਕਰੀਜ਼ ਹੀ ਕਰਨਾ ਹੁੰਦਾ। ਸੋ ਜਦੋਂ ਇੱਥੋਂ ਨਿਕਲੀ ਹੁਣ ਇਲੈਕਟ੍ਰੋਨ ਬੀਮ ਜਿਹੜੀ ਆ ਸ਼ਾਰਪ ਵੀ ਹੋ ਗਈ ਆ ਤੇ ਸਪੀਡ ਵੀ ਇਲੈਕਟ੍ਰੋਨਸ ਦੀ ਬਹੁਤ ਤੇਜ਼ ਆ, ਤੇ ਉਹਨੇ ਇੱਥੇ ਸਪੌਟ ਜਨਰੇਟ ਕਰਨਾ ਹੀ ਕਰਨਾ ਇੱਕ। ਹੁਣ ਦੇਖੋ ਜਦੋਂ ਤੱਕ ਤਾਂ ਮੈਂ ਆਪਣੇ ਜਿਹੜੀ ਆਹ ਮੇਰੇ ਕੋਲ ਵਰਟੀਕਲ ਡਿਫਲੈਕਸ਼ਨ ਪਲੇਟ ਜਾਂ ਹੌਰੀਜ਼ੌਂਟਲ ਡਿਫਲੈਕਸ਼ਨ ਪਲੇਟ ਆ ਇਹਨਾਂ ਨੂੰ ਸਪਲਾਈ ਨਹੀਂ ਦਿੱਤੀ ਕੋਈ ਵੀ, ਉਸ ਟਾਈਮ 'ਤੇ ਕੀ ਹੋਣਾ ਆ ਇਹ ਇੱਥੇ ਜਿਹੜਾ ਮੇਰੇ ਕੋਲ ਫਲੋਰੋਸੈਂਟ ਸਕਰੀਨ ਆ ਨਾ ਇੱਥੇ ਮੇਰੇ ਕੋਲ ਸਿਰਫ ਇੱਕ ਡਾਟ ਹੀ ਸ਼ੋ ਹੋਣਾ, ਜਿੱਦਾਂ ਡਾਇਗਰਾਮ ਦੇ ਵਿੱਚ ਦਿਖਾਇਆ ਵੀ ਆ ਬ੍ਰਾਈਟ ਸਪੌਟ। ਸੋ ਇੱਥੇ ਜਦੋਂ ਆਪਾਂ ਕਿਸੇ ਵੀ ਪਲੇਟ ਨੂੰ ਸਪਲਾਈ ਨਹੀਂ ਦਿੱਤੀ ਤਾਂ ਇੱਥੇ ਆਪਣੇ ਕੋਲ ਬ੍ਰਾਈਟ ਸਪੌਟ ਹੀ ਸ਼ੋ ਹੋਣਾ ਆ। ਉਹ ਜਿਹੜਾ ਸਪੌਟ ਆ ਉਹਨੇ ਬਿਲਕੁਲ ਵੀ ਮੂਵ ਨਹੀਂ ਕਰਨਾ, ਕਿਉਂਕਿ ਉਹਨਾਂ ਨੂੰ ਜਿਹੜਾ ਮੂਵ ਕਰਾਉਣ ਦਾ ਕੰਮ ਆ ਉਹ ਤਾਂ ਆਪਣੇ ਕੋਲ ਇਹਨਾਂ ਨੇ ਕਰਨਾ ਆ ਬੀਮ ਡਿਫਲੈਕਸ਼ਨ ਔਰ ਡਿਫਲੈਕਸ਼ਨ ਸਿਸਟਮ। ਇਹਨਾਂ ਨੇ ਹੀ ਜਿਹੜਾ ਡਾਟ ਆ ਇਹਨੂੰ ਉੱਪਰ ਥੱਲੇ ਮੂਵ ਕਰਨਾ ਆ ਜਿੰਨੀ ਵੀ ਆਪਾਂ ਵੋਲਟੇਜ ਦੇਵਾਂਗੇ ਉਹਦੇ ਅਕੋਰਡਿੰਗਲੀ, ਠੀਕ ਹੈ। ਸੋ ਇਹ ਹਜੇ ਨਹੀਂ ਚੱਲਿਆ, ਇਸ ਕਰਕੇ ਇੱਕ ਬ੍ਰਾਈਟ ਸਪੌਟ ਹੀ ਮੇਰੇ ਕੋਲ ਇੱਥੇ ਸ਼ੋ ਹੁੰਦਾ ਰਹਿਣਾ। ਬਟ ਮੰਨ ਲਓ ਕਿ ਜਿਹੜਾ ਮੇਰੇ ਕੋਲ ਬੀਮ ਡਿਫਲੈਕਸ਼ਨ ਸਿਸਟਮ ਆ ਇਹਦਾ ਜਿਹੜਾ ਇਹਦੇ ਵਿੱਚ ਦੋ ਪਾਰਟ ਆ, ਦੇਖੋ ਇੱਕ ਵਰਟੀਕਲ ਡਿਫਲੈਕਸ਼ਨ ਪਲੇਟ ਆ ਤੇ ਦੂਸਰੀ ਕੀ ਆ ਹੌਰੀਜ਼ੌਂਟਲ ਡਿਫਲੈਕਸ਼ਨ ਪਲੇਟ। ਸੋ ਜਿਹੜੀ ਵਰਟੀਕਲ ਡਿਫਲੈਕਸ਼ਨ ਆ ਉਹ ਦੇਖੋ ਹੌਰੀਜ਼ੌਂਟਲ ਪਲੇਟ ਦੀ ਉਹਦੀ ਕੀ ਆ ਕਨਫੀਗਰੇਸ਼ਨ ਜਿਹੜੀ ਆ ਹੌਰੀਜ਼ੌਂਟਲ ਆ, ਬਟ ਨਾਮ ਕੀ ਆ ਵਰਟੀਕਲ ਡਿਫਲੈਕਸ਼ਨ ਪਲੇਟ। ਕਿਉਂ ਵਰਟੀਕਲ ਡਿਫਲੈਕਸ਼ਨ ਹੈ? ਕਿਉਂਕਿ ਇਹਨੇ ਕੀ ਕਰਨਾ ਹੁੰਦਾ ਵਰਟੀਕਲ ਡਿਫਲੈਕਸ਼ਨ ਜਿਹੜੀ ਆ ਇਹਨੂੰ ਕੰਟਰੋਲ ਕਰਨਾ ਹੁੰਦਾ, ਵਰਟੀਕਲ ਡਿਫਲੈਕਸ਼ਨ ਨੂੰ ਕੰਟਰੋਲ ਕਰਨਾ ਹੁੰਦਾ। ਤੇ ਜਿਹੜੀ ਹੌਰੀਜ਼ੌਂਟਲ ਪਲੇਟ ਆ ਇਹ ਕੀ ਆ ਇਹਦੇ ਵਿੱਚ ਆਪਣੇ ਕੋਲ ਆ ਦੇਖੋ ਵਰਟੀਕਲੀ ਪਲੇਟਾਂ ਲੱਗੀਆਂ ਹੋਈਆਂ। ਸੋ ਇਹਨੂੰ ਵਰਟੀਕਲ ਪਲੇਟਾਂ ਬਟ ਇਹ ਹੌਰੀਜ਼ੌਂਟਲ ਡਿਫਲੈਕਸ਼ਨ ਨੂੰ ਕੰਟਰੋਲ ਕਰਦੀ ਆ, ਠੀਕ ਆ, ਹੌਰੀਜ਼ੌਂਟਲ ਡਿਫਲੈਕਸ਼ਨ ਨੂੰ ਕੰਟਰੋਲ ਕਰਦੀ ਆ। ਇਸ ਕਰਕੇ ਕੀ ਆ ਇਹਨੂੰ ਆਪਾਂ ਨਾਮ ਦਿੱਤਾ ਆ ਹੌਰੀਜ਼ੌਂਟਲ ਡਿਫਲੈਕਸ਼ਨ ਪਲੇਟ, ਓਕੇ। ਸੋ ਹੁਣ ਮੇਰੇ ਕੋਲ ਇਹਦੇ ਵਿੱਚ ਮੰਨ ਲਓ ਮੈਂ ਫੋਰ ਐਗਜ਼ਾਮਪਲ ਜੇ ਮੈਂ ਦੇਖ ਲਵਾਂ ਹੁਣ ਬੀਮ ਡਿਫਲੈਕਸ਼ਨ ਸਿਸਟਮ ਦੇ ਵਿੱਚ ਕੀ ਆ ਆਪਣੇ ਕੋਲ ਵਰਟੀਕਲ ਡਿਫਲੈਕਸ਼ਨ ਪਲੇਟ ਆ, ਇਹਦੇ ਵਿੱਚ ਇੱਕ ਪੁਆਇੰਟ 'ਤੇ ਮੰਨ ਲਓ ਮੈਂ ਪੋਜ਼ਿਟਿਵ 7 ਵੋਲਟ ਦੀ ਜਿਹੜੀ ਆ ਨਾ ਸਪਲਾਈ ਦਿੱਤੀ ਆ, ਠੀਕ ਆ। ਤੇ ਜਿਹੜਾ ਇਹਦਾ ਸੈਕਿੰਡ ਪਾਰਟ ਆ ਉਹ ਕਿੱਥੇ ਆ ਮੇਰੇ ਕੋਲ ਉਹ ਗਰਾਊਂਡ ਦੇ ਵਿੱਚ ਆ, ਉੱਥੇ ਕੀ ਆ 0 ਆ,
ਓਕੇ। ਸੋ ਹੁਣ ਕੀ ਹੋਣਾ, ਜਿਹੜੇ ਮੇਰੇ ਕੋਲ ਇੱਥੇ ਨੈਗੇਟਿਵ ਆਏ ਆ ਇਲੈਕਟ੍ਰੋਨ ਜਿਹੜੇ ਆ, ਇਹ ਕੀ ਆ, ਇਹਨਾਂ ਦਾ ਨੈਗੇਟਿਵ ਚਾਰਜ ਹੁੰਦਾ ਨਾ, ਜਿਹੜੇ ਇਲੈਕਟ੍ਰੋਨ ਆ ਇਹਨਾਂ ਨੇ ਅਟਰੈਕਟ ਕਿੱਧਰ ਨੂੰ ਹੋਣਾ, ਪੋਜ਼ਿਟਿਵ ਚਾਰਜ ਵੱਲ ਨੂੰ ਅਟਰੈਕਟ ਹੋਣਾ, ਠੀਕ ਆ। ਸੋ ਜਦੋਂ ਵੀ ਮੈਂ ਇਕੱਲੇ ਇਹਨੂੰ ਸਪਲਾਈ ਦਿੱਤੀ ਆ ਵਰਟੀਕਲ ਡਿਫਲੈਕਸ਼ਨ ਪਲੇਟ ਨੂੰ, ਹੌਰੀਜ਼ੌਂਟਲ ਡਿਫਲੈਕਸ਼ਨ ਪਲੇਟ ਨੂੰ ਸਪਲਾਈ ਨਹੀਂ ਦਿੱਤੀ, ਸਿਰਫ ਵਰਟੀਕਲ ਡਿਫਲੈਕਸ਼ਨ ਪਲੇਟ ਨੂੰ ਸਪਲਾਈ ਦਿੱਤੀ ਆ, ਉਸ ਟਾਈਮ ਤੇ ਕੀ ਹੋਣਾ, ਜਿਹੜਾ ਇੱਥੋਂ ਬੀਮ ਆਈ ਨਾ, ਇਹਨੇ ਥੋੜਾ ਜਿਹਾ ਉੱਪਰ ਨੂੰ ਟਿਲਡ ਹੋ ਜਾਣਾ, ਠੀਕ ਆ, ਮੂਵ ਹੋ ਜਾਣਾ ਥੋੜਾ ਜਿਹਾ ਉੱਪਰ ਨੂੰ, ਤੇ ਮੂਵ ਹੋਣ ਕਰਕੇ ਕੀ ਆ, ਇਹਨੇ ਇੱਕ ਪਾਰਟੀਕੂਲਰ ਡਾਇਰੈਕਸ਼ਨ 'ਚ ਇੱਥੇ ਆ ਕੇ ਕੀ ਕਰਨਾ, ਇੱਕ ਬ੍ਰਾਈਟ ਸਪੌਟ ਬਣਾ ਦੇਣਾ, ਠੀਕ ਆ। ਹੁਣ ਕੀ ਆ, ਸਿਰਫ ਵਰਟੀਕਲ ਡਿਫਲੈਕਸ਼ਨ ਚੱਲਦੀ ਪਈ ਸੀ, ਇਸ ਕਰਕੇ ਕੀ ਕੀਤਾ ਉਹਨੇ, ਇੱਥੇ ਕੀ ਕੀਤਾ, ਇੱਕ ਸਪੌਟ ਬਣਾ ਦਿੱਤਾ। ਵੈਸੇ ਬੇਸ ਸਪੋਰਟ ਜਿਹੜਾ ਸੀ, ਜਿਹੜਾ ਬੇਸਿਕ ਉਹਦਾ ਸਪੌਟ ਬਣਨਾ ਸੀਗਾ, ਠੀਕ ਆ, ਬੀਮ ਨੇ ਇੱਥੇ ਸਟਰਾਈਕ ਹੋਣਾ ਸੀ, ਬਟ ਹੁਣ ਕੀ ਹੋਇਆ, ਵਰਟੀਕਲ ਡਿਫਲੈਕਸ਼ਨ ਪਲੇਟ ਨੂੰ ਮੈਂ ਸਪਲਾਈ ਦਿੱਤੀ ਕਰਕੇ, ਜਾਂ ਉਹਨੂੰ ਪੋਜ਼ਿਟਿਵ ਚਾਰਜ ਦਿੱਤਾ ਕਰਕੇ, ਜਾਂ ਉਹਨੂੰ ਵੋਲਟ 7 ਵੋਲਟ ਦਿੱਤੇ ਕਰਕੇ ਕੀ ਆ, ਉਹ ਥੋੜੀ ਜਿਹੀ ਕੀ ਆ, ਆਪਣੀ ਜਗ੍ਹਾ ਤੋਂ ਮੂਵ ਹੋ ਕੇ ਉੱਪਰ ਚਲੀ ਗਈ ਆ, ਓਕੇ। ਬਟ ਇਹ ਜਿਹੜਾ ਸਪੌਟ ਆ ਇੱਥੇ ਹੀ ਰਹਿਣਾ, ਠੀਕ ਹੈ, ਇਹ ਸਪੌਟ ਜਿਹੜਾ ਆ ਇਹ ਇੱਥੇ ਹੀ ਰਹਿਣਾ, ਇਹਨੇ ਬਿਲਕੁਲ ਵੀ ਜਿਹੜਾ ਆ ਇੱਧਰ ਨੂੰ ਮੂਵ ਨਹੀਂ ਕਰਨਾ, ਯਾਨੀ ਕਿ ਇਹਨੇ ਹੌਰੀਜ਼ੌਂਟਲੀ ਮੂਵ ਨਹੀਂ ਕਰਨਾ। ਕਿਉਂ ਨਹੀਂ ਮੂਵ ਕਰਨਾ, ਕਿਉਂਕਿ ਹੌਰੀਜ਼ੌਂਟਲ ਪਲੇਟ ਦੇ ਉੱਪਰ ਆਪਾਂ ਕੋਈ ਵੀ ਜਿਹੜੀ ਸਪਲਾਈ ਹੈ ਇਸ ਟਾਈਮ ਨਹੀਂ ਦਿੱਤੀ ਹੋਈ, ਇਸ ਕਰਕੇ ਕੀ ਹੈ, ਇਹਨੇ ਉੱਪਰ ਹੀ ਰਹਿਣਾ। ਉਹੀ ਜੇ ਮੈਂ ਮੰਨ ਲਓ ਇੱਥੇ ਨੈਗੇਟਿਵ 7 ਵੋਲਟ ਅਪਲਾਈ ਕਰ ਦਿੰਦਾ, ਨੈਗੇਟਿਵ 7 ਵੋਲਟ, ਤਾਂ ਕੀ ਹੋਣਾ, ਜਿਹੜੀ ਮੇਰੀ ਆਪਣੀ ਇਲੈਕਟ੍ਰੋਨ ਬੀਮ ਹੋਣੀ ਆ, ਹੁਣ ਦੇਖੋ ਪੋਜ਼ਿਟਿਵ ਟਾਈਮ ਤੇ ਕੀ ਸੀਗਾ, ਇਲੈਕਟ੍ਰੋਨ ਦੀ ਬੀਮ ਆ ਨਾ, ਪੋਜ਼ਿਟਿਵ ਵੱਲ ਨੂੰ ਅਟਰੈਕਟ ਹੋਣਾ ਆ, ਤੇ ਜੇ ਨੈਗੇਟਿਵ ਆ ਗਏ, ਨੈਗੇਟਿਵ ਤੇ ਕੀ ਹੋਣਾ, ਇਲੈਕਟ੍ਰੋਨ ਕੀ ਆ, ਇਲੈਕਟ੍ਰੋਨ ਤੇ ਵੀ ਨੈਗੇਟਿਵ ਚਾਰਜ ਆ, ਆਪਾਂ ਉੱਪਰ ਵੀ ਉਹਨੂੰ ਨੈਗੇਟਿਵ ਚਾਰਜ ਦੇ ਦਿੱਤਾ, ਠੀਕ ਆ, ਤੇ ਨੈਗੇਟਿਵ ਇੱਕ ਦੂਜੇ ਨੂੰ ਰਿਪੈਲ ਕਰਦੇ ਆ। ਸੋ ਉਸ ਟਾਈਮ ਤੇ ਕੀ ਹੋਣਾ, ਜਿਹੜੀ ਜੇ ਆਪਾਂ ਪੋਜ਼ਿਟਿਵ ਦਿੱਤਾ ਤਾਂ ਇਲੈਕਟ੍ਰੋਨ ਜਿਹੜੇ ਆ ਦੇਖੋ ਉੱਪਰ ਨੂੰ ਅਟਰੈਕਟ ਹੋ ਗਏ, ਜੇ ਆਪਾਂ ਨੈਗੇਟਿਵ ਦੇਵਾਂਗੇ ਤਾਂ ਇਲੈਕਟ੍ਰੋਨ ਜਿਹੜੇ ਰਿਪੈਲ ਹੋਣੇ। ਹੁਣ ਜਦੋਂ ਰਿਪੈਲ ਹੋਏ ਉਸ ਟਾਈਮ ਤੇ ਕੀ ਆ, ਉਸ ਟਾਈਮ ਤੇ ਜਿਹੜੀ ਆ ਬੀਮ ਆ, ਇਹਨੇ ਕੀ ਹੋਣਾ, ਇਹਨੇ ਥੱਲੇ ਚਲੇ ਜਾਣਾ, ਤੇ ਇਹਨੇ ਕੀ ਕਰਨਾ, ਥੱਲੇ ਜਿਹੜਾ ਆ ਆਪਣੇ ਕੋਲ ਡਿਫਲੈਕਸ਼ਨ ਸ਼ੋ ਕਰ ਦੇਣੀ ਹੈ, ਠੀਕ ਆ। ਸੋ ਡੀਸੀ ਦੇ ਕੇਸ ਦੇ ਵਿੱਚ ਇੱਦਾਂ ਡਿਫਲੈਕਸ਼ਨ ਹੋਊਗੀ ਆਪਣੇ ਕੋਲ। ਹਜੇ ਮੈਂ ਹੌਰੀਜ਼ੌਂਟਲ ਡਿਫਲੈਕਸ਼ਨ ਪਲੇਟ ਨਹੀਂ ਚਲਾਈ, ਸਿਰਫ ਵਰਟੀਕਲ ਡਿਫਲੈਕਸ਼ਨ ਪਲੇਟ ਚੱਲ ਰਹੀ ਹੈ ਮੇਰੀ। ਸੋ ਸੈਕਿੰਡ ਆਪਾਂ ਕੰਸੀਡਰ ਕਰ ਲੈਂਦੇ ਆ ਵੀ ਜੇ ਮੇਰੇ ਕੋਲ ਮੰਨ ਲਓ ਇੱਥੇ ਹੌਰੀਜ਼ੌਂਟਲ ਡਿਫਲੈਕਸ਼ਨ ਪਲੇਟ ਨੂੰ ਮੈਂ ਸਪਲਾਈ ਦਿੱਤੀ ਆ ਕੋਈ, ਠੀਕ ਆ, ਤੇ ਹੌਰੀਜ਼ੌਂਟਲ ਡਿਫਲੈਕਸ਼ਨ ਪਲੇਟ ਨੂੰ ਮੰਨ ਲਓ ਮੈਂ 5 ਵੋਲਟ ਸਪਲਾਈ ਦਿੱਤੀ ਆ, ਠੀਕ ਆ, ਹੌਰੀਜ਼ੌਂਟਲ ਡਿਫਲੈਕਸ਼ਨ ਪਲੇਟ ਨੂੰ ਕੀ ਆ, ਮੈਂ 5 ਵੋਲਟ ਦੀ ਸਪਲਾਈ ਦਿੱਤੀ। ਹੁਣ ਡਿਫਲੈਕਸ਼ਨ ਪਲੇਟ ਬੰਦ ਆ ਮੇਰੀ, ਸਿਰਫ ਹੌਰੀਜ਼ੌਂਟਲ ਪਲੇਟ ਚੱਲ ਰਹੀ, ਤਾਂ ਉਸ ਟਾਈਮ ਤੇ ਕੀ ਹੋਊਗਾ, ਜਿਹੜਾ ਡਾਟ ਆ ਇਹ ਥੋੜਾ ਜਿਹਾ ਅੱਗੇ ਨੂੰ ਮੂਵ ਕਰ ਜੂਗਾ, ਠੀਕ ਆ, ਜਿਹੜਾ ਸਪੌਟ ਆ ਇਹ ਕੀ ਆ, ਅੱਗੇ ਨੂੰ ਮੂਵ ਕਰ ਜੂਗਾ, ਤੇ ਆਪਣੇ ਕੋਲ ਕੀ ਆ, ਹੌਰੀਜ਼ੌਂਟਲ ਜਿਹੜੀ ਆ ਇਹ ਮੇਰੇ ਕੋਲ ਰੀਡਿੰਗ ਆ ਜੂਗੀ, ਓਕੇ। ਸੋ ਸਿਮਿਲਰਲੀ ਜੇ ਨੈਗੇਟਿਵ ਦੇ ਵਿੱਚ ਆ ਤਾਂ ਨੈਗੇਟਿਵ ਦੇ ਵਿੱਚ ਮੇਰੇ ਕੋਲ ਰੀਡਿੰਗ ਆ ਜੂਗੀ, ਠੀਕ ਆ, ਜੇ ਨੈਗੇਟਿਵ 5 ਵੋਲਟ ਦਿੱਤੇ ਤਾਂ ਨੈਗੇਟਿਵ ਦੇ ਵਿੱਚ ਰੀਡਿੰਗ ਆ ਜੂਗੀ। ਸੋ ਇੱਦਾਂ ਇਹ ਦੋਨੋਂ ਪਲੇਟਸ ਜਿਹੜੀਆਂ ਹੁੰਦੀਆਂ ਇਹ ਕੰਮ ਕਰਦੀਆਂ। ਹੁਣ ਦੇਖੋ, ਹੁਣ ਜਦੋਂ ਮੈਂ ਦੋਨੋਂ ਪਲੇਟਸ ਨੂੰ ਸਪਲਾਈ ਦੇ ਦਿੱਤੀ ਆ, ਦੋਨੋਂ ਪਲੇਟਸ ਨੂੰ ਸਪਲਾਈ ਦੇ ਦਿੱਤੀ ਆ, ਇੱਥੇ ਵੀ ਮੰਨ ਲਓ ਮੈਂ ਕੋਈ ਸਪਲਾਈ ਦੇ ਦਿੱਤੀ ਆ, ਪਲੱਸ 5 ਵੋਲਟ ਮੰਨ ਲਓ ਇੱਥੇ ਦੇ ਦਿੱਤੇ ਆ ਸਪਲਾਈ ਮੈਂ, ਤੇ ਪਲੱਸ 5 ਵੋਲਟ ਹੀ ਸਪਲਾਈ ਜਿਹੜੀ ਆ ਉਹ ਮੈਂ ਕਿੱਥੇ ਦੇ ਦਿੱਤੀ ਆ, ਹੌਰੀਜ਼ੌਂਟਲ ਡਿਫਲੈਕਸ਼ਨ ਪਲੇਟ ਤੇ ਦੇ ਦਿੱਤੀ ਆ। ਤਾਂ ਉਸ ਟਾਈਮ ਤੇ ਕੀ ਹੋਣਾ ਆ, ਜਿਹੜੀ ਮੇਰੀ ਇੱਥੋਂ ਵੇਵ ਆਈ ਆ, ਦੇਖੋ ਇੱਥੋਂ ਸਾਈਨ ਵੇਵ ਵੀ ਮੰਨ ਲਓ ਆਈ ਆ ਮੇਰੇ ਕੋਲ 5 ਵੋਲਟ ਦੀ, ਤਾਂ ਉਸ ਟਾਈਮ ਤੇ ਜਿਹੜੀ ਆਪਣੀ ਇਹ ਬੀਮ ਹੋਣੀ ਨਾ, ਇਹਨੇ ਵਰਟੀਕਲੀ ਵੀ ਮੂਵ ਕਰਨਾ ਤੇ ਹੌਰੀਜ਼ੌਂਟਲੀ ਵੀ ਮੂਵ ਕਰਨਾ, ਠੀਕ ਆ। ਸੋ ਉਹਨੇ ਕੀ ਕਰਨਾ, ਮੇਰੇ ਕੋਲ ਜਿਹੜੀ ਟਿਊਬ ਹੋਣੀ ਆ ਉਹਦੇ ਉੱਪਰ ਕੀ ਕਰਨਾ, ਮੇਰੇ ਕੋਲ ਸਾਈਨ ਵੇਵ ਜਾਂ ਜਿਹੜੀ ਵੀ ਆਪਾਂ ਸਕੁਅਰ ਵੇਵ ਦਿੱਤੀ ਆ ਜਾਂ ਸਾਤੁਥ ਵੇਵ ਆ, ਉਹਨੇ ਕੀ ਕਰਨਾ, ਡਿਸਪਲੇ ਦੇ ਉੱਪਰ ਆਪਾਂ ਨੂੰ ਸ਼ੋਅ ਕਰ ਦੇਣੀ, ਠੀਕ ਆ। ਸੋ ਇਦਾਂ ਜਿਹੜੀ ਮੇਰੀ ਹੁੰਦੀ ਹੈ CRT ਵਰਕ ਕਰਦੀ ਹੈ। ਸਭ ਤੋਂ ਮੇਨ ਵਰਕ ਹੁੰਦਾ ਹੀ ਇਹਨਾਂ ਦਾ, ਦੋ ਜਿਹੜੇ ਡਿਫਲੈਕਸ਼ਨ ਸਿਸਟਮ ਹੁੰਦਾ, ਮੇਨ ਇਹਦਾ ਹੀ ਵਰਕ ਹੁੰਦਾ, ਬਿਕੋਜ਼ ਦੇਖੋ ਇਹਨੇ ਆਪਾਂ ਵਰਟੀਕਲ ਡਿਫਲੈਕਸ਼ਨ ਨੇ ਤੁਹਾਨੂੰ ਦੱਸਿਆ ਕਿ ਇਹਨੇ ਵਰਟੀਕਲ ਸ਼ੋਅ ਕਰਨਾ। ਜੇ ਆਪਣੇ ਕੋਲ ਕੱਲੀ ਵਰਟੀਕਲ ਨੂੰ ਸਪਲਾਈ ਦਿੱਤੀ ਆ ਤਾਂ ਇਹਨੇ ਸਿਰਫ ਵਰਟੀਕਲ ਆਪਣੇ ਕੋਲ ਕੀ ਕਰਨਾ, ਲਾਈਨ ਸ਼ੋਅ ਕਰਨੀ ਆ। ਜੇ ਵਰਟੀਕਲ ਸਿਸਟਮ ਨੂੰ ਹੀ ਸਪਲਾਈ ਦੇਵਾਂਗੇ ਤਾਂ ਸਿਰਫ ਵਰਟੀਕਲ ਲਾਈਨ ਆਉਣੀ ਆਪਣੇ ਕੋਲ, ਠੀਕ ਆ, ਅੱਗੇ ਨੂੰ ਨਹੀਂ ਮੂਵ ਕਰਨਾ। ਜੇ ਇਕੱਲੇ ਹੌਰੀਜ਼ੌਂਟਲ ਨੂੰ ਸਪਲਾਈ ਦੇਵਾਂਗੇ ਤਾਂ ਇਕੱਲਾ ਹੌਰੀਜ਼ੌਂਟਲ ਹੀ ਆਪਣੇ ਕੋਲ ਜਿਹੜੀ ਆ ਵੇਵ ਸ਼ੋ ਹੋਣੀ ਆ। ਵੇਵ ਆਪਣੇ ਕੋਲ ਪ੍ਰੋਪਰ ਤਾਂ ਹੀ ਬਣੂਗੀ ਜੇ ਆਪਾਂ ਵਰਟੀਕਲ ਡਿਫਲੈਕਸ਼ਨ ਪਲੇਟ ਨੂੰ ਵੀ ਸਪਲਾਈ ਦੇਵਾਂਗੇ ਤੇ ਹੌਰੀਜ਼ੌਂਟਲ ਡਿਫਲੈਕਸ਼ਨ ਨੂੰ ਵੀ ਸਪਲਾਈ ਦੇਵਾਂਗੇ। ਉਸ ਕੇਸ 'ਚ ਕੀ ਹੋਣਾ, ਜਿਹੜਾ ਮੇਰਾ ਸਿਗਨਲ ਆ ਇਹਨੇ ਵਰਟੀਕਲ ਤਾਂ ਮੂਵ ਕਰਨਾ ਹੀ ਕਰਨਾ, ਨਾਲ ਦੀ ਨਾਲ ਇਹਨੇ ਕੀ ਆ ਹੌਰੀਜ਼ੌਂਟਲੀ ਵੀ ਮੂਵ ਕਰਨਾ, ਤੇ ਆਪਣੇ ਕੋਲ ਪੂਰੀ ਜਿਹੜੀ ਵੇਵ ਹੋਊਗੀ ਉਹ ਡਿਸਪਲੇ ਹੋ ਜਾਣੀ, ਜਿੰਨਾ ਵੀ ਉਹਦਾ ਮੈਗਨੀਟਿਊਡ ਹੋਇਆ ਉਸ ਹਿਸਾਬ ਨਾਲ, ਠੀਕ ਆ। ਸੋ ਇਹ ਜਿਹੜਾ ਹੁੰਦਾ ਮੇਰੇ ਕੋਲ ਕੰਮ ਹੁੰਦਾ ਇਹਦਾ CRT ਦਾ, ਬਹੁਤ ਸਿੰਪਲ ਇਹ ਜਿਹੜਾ ਵਰਕਿੰਗ ਹੁੰਦੀ ਹੈ ਇਹਦੀ। ਬਾਕੀ ਜੇ ਆਪਾਂ ਸਪਲਾਈ ਦੋਨਾਂ ਨੂੰ ਫਿਰ ਬੰਦ ਕਰਤੀ ਤਾਂ ਫਿਰ ਜਿਹੜਾ ਆਪਣੇ ਕੋਲ ਕੀ ਹੋਣਾ, ਇੱਕ ਬ੍ਰਾਈਟ ਸਪੌਟ ਜਿਹੜਾ ਇੱਥੇ ਸ਼ੋਅ ਹੋਣ ਲੱਗ ਪੈਣਾ। ਜੇ ਆਪਾਂ ਇਹਨਾਂ ਨੂੰ ਕੋਈ ਵੀ ਸਪਲਾਈ ਨਹੀਂ ਦਿੱਤੀ ਨਾ ਡਿਫਲੈਕਸ਼ਨ ਸਿਸਟਮ ਨੂੰ, ਫਿਰ ਦੁਬਾਰਾ ਕੀ ਆ, ਬ੍ਰਾਈਟ ਸਪੌਟ ਦੀ ਤਰ੍ਹਾਂ ਕੀ ਆ ਮੇਰੇ ਕੋਲ ਇੱਥੇ ਜਿਹੜੀ ਇਲੈਕਟ੍ਰੋਨ ਬੀਮ ਆ ਉਹ ਸ਼ੋਅ ਹੋਣ ਲੱਗ ਪੈਣੀ ਆ। ਸੋ ਇੰਨਾ ਕੀ ਕੰਮ ਹੁੰਦਾ। ਸੋ ਜਿਹੜੀ ਥਿਊਰੀ ਵੀ ਪੜ੍ਹੀ ਹੈ ਤਾਂ ਥਿਊਰੀ ਦੇ ਵਿੱਚ ਵੀ ਦੇਖੋ ਸਭ ਤੋਂ ਪਹਿਲਾਂ ਇਲੈਕਟ੍ਰੋਨ ਗਨ ਆ ਜਾਂਦੀ ਹੈ। ਇਲੈਕਟ੍ਰੋਨ ਗਨ ਦਾ ਕੀ ਕੰਮ ਹੁੰਦਾ, ਇਲੈਕਟ੍ਰੋਨ ਗਨ ਨੇ ਕੀ ਕਰਨਾ ਹੁੰਦਾ, ਇਲੈਕਟ੍ਰੋਨ ਜਨਰੇਟ ਕਰਨੇ ਹੁੰਦੇ ਆ ਬੜੀ ਤੇਜ਼ੀ ਦੇ ਨਾਲ। ਸੋ ਇਲੈਕਟ੍ਰੋਨ ਜਨਰੇਟ ਕਰਨ ਦੇ ਵਾਸਤੇ ਆਪਾਂ ਕਾਫੀ ਚੀਜ਼ਾਂ ਇਹਦੇ ਵਿੱਚ ਯੂਜ਼ ਕਰਦੇ ਹਾਂ, ਜਿੱਦਾਂ ਕਿ ਸਭ ਤੋਂ ਪਹਿਲਾਂ ਆਪਾਂ ਹੀਟਰ ਯੂਜ਼ ਕਰਦੇ ਹਾਂ ਇਹਦੇ ਵਿੱਚ, ਠੀਕ ਆ। ਸੋ ਪੜ੍ਹੀਏ ਇਹਦੇ ਬਾਰੇ ਤਾਂ ਇਲੈਕਟ੍ਰੋਨ ਗਨ ਅਸੈਂਬਲੀ ਕੰਸਿਸਟ ਆਫ directly heated cathode, control grid, pre-accelerating anode, focusing anode and accelerating anode. The function of electron gun assembly is to provide a sharp focused electron beam toward the screen, ਯਾਨੀ ਕਿ ਸਕਰੀਨ ਵੱਲ ਨੂੰ ਇੱਕ ਸ਼ਾਰਪ ਫੋਕਸਡ ਹਾਈ ਸਪੀਡ ਤੇ ਇਲੈਕਟ੍ਰੋਨ ਬੀਮ ਸਟ੍ਰਾਈਕ ਕਰਾਉਣੀ ਹੁੰਦੀ ਹੈ। ਇਹਦਾ ਕੰਮ ਹੁੰਦਾ ਇਲੈਕਟ੍ਰੋਨ ਗਨ ਦਾ।
ਸਭ ਤੋਂ ਪਹਿਲਾਂ ਹੀਟਰ ਆ। ਹੀਟਰ ਕੀ ਹੁੰਦਾ, ਇੱਕ ਨਾਰਮਲ ਹੀਟਰ ਹੀ ਹੁੰਦਾ, ਕੋਇਲ ਹੁੰਦੀ ਆ, ਜਿਹਨੂੰ ਜਦੋਂ ਸਪਲਾਈ ਦਿੰਦੇ ਆ ਤਾਂ ਉਹ ਹੀਟਅਪ ਹੋ ਜਾਂਦੀ ਆ, ਠੀਕ ਆ, ਤੇ ਉਹ ਆਪ ਹੀਟਅਪ ਹੋ ਕੇ ਕੀ ਆ ਕਥੋਡ ਨੂੰ ਵੀ ਹੀਟਅਪ ਕਰ ਦਿੰਦੀ ਆ, ਜਿਹਦੇ ਕਰਕੇ ਇਲੈਕਟ੍ਰੋਨ ਜਿਹੜੇ ਆ ਉਹ ਮਿਟ ਹੋਣ ਲੱਗ ਪੈਂਦੇ ਕਥੋਡ ਤੋਂ। ਸੋ ਜਦੋਂ ਕਥੋਡ ਦਾ ਕੀ ਹੁੰਦਾ, ਕਥੋਡ ਨੂੰ ਜਦੋਂ ਆਪਾਂ ਹੀਟ ਕਰਦੇ ਹਾਂ ਹੀਟਰ ਦੇ ਨਾਲ, ਤਾਂ ਇਲੈਕਟ੍ਰੋਨ ਜਿਹੜੇ ਆ ਮਿਟ ਹੋਣ ਲੱਗ ਪੈਂਦੇ ਆ ਥਰਮੋਨਿਕ ਐਮਿਸ਼ਨਸ ਦੇ ਕਰਕੇ, ਠੀਕ ਹੈ। ਸੋ ਥਰਮਲ ਐਮਿਸ਼ਨ ਦੇ ਕਰਕੇ ਕੀ ਇਲੈਕਟ੍ਰੋਨ ਜਿਹੜੇ ਆ ਇੱਥੋਂ ਐਮਿਟ ਹੋਣੇ ਸ਼ੁਰੂ ਹੋ ਜਾਂਦੇ। ਫਿਰ ਆਉਂਦਾ ਕੰਟਰੋਲ ਗ੍ਰਿਡ। ਕੰਟਰੋਲ ਗ੍ਰਿਡ ਦੀ ਜੇ ਆਪਾਂ ਗੱਲ ਕਰੀਏ ਤਾਂ ਆਹ ਦੇਖੋ, ਆਹ ਕੰਟਰੋਲ ਗ੍ਰਿਡ ਹੁੰਦਾ, ਠੀਕ ਹੈ, ਇੱਥੇ ਆ ਕੰਟਰੋਲ ਗ੍ਰਿਡ ਆ। ਕੰਟਰੋਲ ਗ੍ਰਿਡ ਨੇ ਕਰਨਾ ਹੁੰਦਾ ਨੈਗੇਟਿਵ ਵੋਲਟੇਜ ਐਟ ਕੰਟਰੋਲ ਗ੍ਰਿਡ ਕੰਟਰੋਲਸ ਦਾ ਅਮਾਊਂਟ ਆਫ ਇਲੈਕਟ੍ਰੋਨ ਰਿਲੀਜ਼ ਫਰੋਮ ਕਥੋਡ, ਯਾਨੀ ਕਿ ਕਿੰਨੇ ਇਲੈਕਟ੍ਰੋਨਸ ਜਿਹੜੇ ਕਥੋਡ ਤੋਂ ਆਪਾਂ ਰਿਲੀਜ਼ ਕਰਨੇ ਆ ਇਲੈਕਟ੍ਰੋਨ ਗਨ ਦੇ ਵੱਲ ਨੂੰ, ਤਾਂ ਉਹ ਸਕਰੀਨ ਵੱਲ ਨੂੰ, ਉਹ ਕੰਟਰੋਲ ਗ੍ਰਿਡ ਹੀ ਜਿਹੜਾ ਹੁੰਦਾ ਡਿਸਾਈਡ ਕਰਦਾ। ਦੈਨ ਪ੍ਰੀ ਐਕਸਲਰੇਟਿੰਗ ਨੋਡ, ਫੋਕਸਿੰਗ ਨੋਡ ਤੇ ਐਕਸਲਰੇਟਿੰਗ ਨੋਡ, ਇਹ ਸਾਰੀ ਪੋਜ਼ਿਟਿਵ ਵੋਲਟੇਜਸ ਹੁੰਦੀਆਂ ਤਿੰਨੋਂ, ਜਿਹੜੀਆਂ ਕੀ ਕਰਦੀਆਂ ਆਪਣੀ ਇਲੈਕਟ੍ਰੋਨ ਬੀਮ ਜਿਹੜੀ ਹੁੰਦੀ ਆ ਉਹਦੀ ਸਪੀਡ ਨੂੰ ਇਨਕਰੀਜ਼ ਕਰ ਦਿੰਦੀਆਂ, ਤੇ ਇੱਕ ਸ਼ਾਰਪ ਜਿਹੜੀ ਗਨ ਹੁੰਦੀ, ਸ਼ਾਰਪ ਜਿਹੜੀ ਵੇਵ ਹੁੰਦੀ ਆ ਜਾਂ ਸ਼ਾਰਪ ਬੀਮ ਜਿਹੜੀ ਹੁੰਦੀ ਆ ਨਾ, ਉਹਨੂੰ ਜਨਰੇਟ ਕਰਦੇ ਆ। ਇਹ ਤਿੰਨਾਂ ਦਾ ਇਹੀ ਕੰਮ ਹੁੰਦਾ। ਓਕੇ। ਦੈਨ ਡਿਫਲੈਕਸ਼ਨ ਸਿਸਟਮ ਦੇ ਵਿੱਚ ਕੀ ਹੁੰਦਾ, ਮੇਰੇ ਕੋਲ ਦੋ ਪੈਰਲਲ ਪਲੇਟਸ ਹੁੰਦੀਆਂ ਆ, ਠੀਕ ਆ, ਜਿਹਦੇ ਵਿੱਚ ਜਿਨ੍ਹਾਂ ਨੂੰ ਆਪਾਂ ਵਰਟੀਕਲ ਜਾਂ ਡਿਫਲੈਕਸ਼ਨ ਹੌਰੀਜ਼ੌਂਟਲ ਡਿਫਲੈਕਸ਼ਨ ਪਲੇਟਸ ਦਾ ਨਾਮ ਦਿੱਤਾ ਹੁੰਦਾ। ਜੇ ਤਾਂ ਉਹ ਵਰਟੀਕਲੀ ਲੱਗੀਆਂ ਤਾਂ ਹੌਰੀਜ਼ੌਂਟਲ ਡਿਫਲੈਕਸ਼ਨ ਪਲੇਟ ਹੋਊਗੀ, ਜੇ ਹੌਰੀਜ਼ੌਂਟਲੀ ਲੱਗੀਆਂ ਤਾਂ ਵਰਟੀਕਲ ਡਿਫਲੈਕਸ਼ਨ, ਯਾਨੀ ਕਿ ਉਲਟ ਹੁੰਦੀ ਆ ਜਿਹੜੀ ਇਹਦੀ ਕਨਫੀਗਰੇਸ਼ਨ ਹੁੰਦੀ ਨਾ, ਉਸ ਤੋਂ ਨਾਮ ਇਹਦਾ ਉਲਟ ਹੁੰਦਾ। ਆ ਦੇਖੋ ਜਿੱਦਾਂ ਡਾਇਗਰਾਮ ਦੇ ਵਿੱਚ ਵੀ ਆ ਲੱਗੀਆਂ ਤਾਂ ਹੌਰੀਜ਼ੌਂਟਲੀ ਆ ਪਲੇਟ, ਬਟ ਨਾਮ ਕੀ ਆ ਵਰਟੀਕਲ ਡਿਫਲੈਕਸ਼ਨ, ਕਿਉਂਕਿ ਇਹਨਾਂ ਨੇ ਵਰਟੀਕਲ ਡਿਫਲੈਕਸ਼ਨ ਨੂੰ ਕੰਟਰੋਲ ਕਰਨਾ, ਵਰਟੀਕਲ ਡਿਫਲੈਕਸ਼ਨ ਨੂੰ। ਬਟ ਹੌਰੀਜ਼ੌਂਟਲ ਡਿਫਲੈਕਸ਼ਨ ਪਲੇਟ ਦੀ ਗੱਲ ਕਰੀਏ ਤਾਂ ਇਹ ਵਰਟੀਕਲੀ ਲੱਗੀਆਂ ਹੁੰਦੀਆਂ, ਠੀਕ ਆ। ਸੋ ਇਹਨਾਂ ਨੇ ਕੀ ਕਰਨਾ ਹੁੰਦਾ, ਇਹਨਾਂ ਨੇ ਹੌਰੀਜ਼ੌਂਟਲ ਡਿਫਲੈਕਸ਼ਨ ਨੂੰ ਕੰਟਰੋਲ ਕਰਨਾ ਹੁੰਦਾ। ਅੱਗੇ ਪਿੱਛੇ ਜਿਹੜੀ ਹੁੰਦੀ ਨਾ ਹੌਰੀਜ਼ੌਂਟਲ ਅੱਗੇ ਪਿੱਛੇ ਜਿਹੜੀ ਮੂਵ ਕਰਦੀ ਹੈ, ਜਾਂ ਟਾਈਮ ਬੇਸ ਜਿਹੜਾ ਹੁੰਦਾ, ਉਹ ਟਾਈਮ ਬੇਸ ਜਿਹੜਾ ਹੁੰਦਾ ਹੌਰੀਜ਼ੌਂਟਲ ਡਿਫਲੈਕਸ਼ਨ ਪਲੇਟ ਨੇ ਡਿਸਾਈਡ ਕਰਨਾ ਹੁੰਦਾ। ਵਰਟੀਕਲ ਪਲੇਟ ਜਿਹੜਾ ਹੁੰਦਾ ਮੈਗਨੀਟਿਊਡ ਡਿਸਾਈਡ ਕਰਨਾ ਹੁੰਦਾ। ਓਕੇ। ਕਿਉਂਕਿ ਤੁਹਾਨੂੰ ਦੱਸਿਆ ਸੀਗਾ ਨਾ, ਮੈਂ ਬਣਾ ਕੇ ਵੀ ਦੱਸਿਆ ਸੀਗਾ ਕਿ ਕਿੱਦਾਂ ਆਪਣੇ ਕੋਲ ਵਰਟੀਕਲ ਜਿਹੜਾ ਹੁੰਦਾ ਹੈ, ਬਟ ਇਹ ਦੇਖੋ ਇਹ ਪਲੇਟਾਂ ਹੌਰੀਜ਼ੌਂਟਲ ਨਾ, ਹੌਰੀਜ਼ੌਂਟਲ ਪਲੇਟਾਂ ਹੋਣ ਕਰਕੇ ਕੀ ਆ ਸਿਗਨਲ ਉੱਪਰ ਨੂੰ, ਠੀਕ ਆ, ਜਾਂ ਫਿਰ ਥੱਲੇ ਨੂੰ ਫੋਕਸ ਹੋਊਗਾ, ਠੀਕ ਆ। ਸੋ ਇਹਦਾ ਕੰਮ ਹੁੰਦਾ ਵਰਟੀਕਲ ਜਿਹੜੀ ਆਪਣੇ ਕੋਲ ਪਲੇਟ ਹੁੰਦੀ ਹੈ ਇਹਦਾ, ਕਿ ਇਹਨੇ ਵਰਟੀਕਲ ਸਿਗਨਲ ਨੂੰ ਕੀ ਕਰਨਾ ਹੁੰਦਾ, ਕੰਟਰੋਲ ਕਰਨਾ ਹੁੰਦਾ। ਸੋ ਉਹੀ ਸਾਰਾ ਕੁਝ ਇਹਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਲਿਖਿਆ ਹੋਇਆ ਆ। ਨੈਕਸਟ ਕੀ ਦਾ ਡਿਫਲੈਕਸ਼ਨ ਪੀਰੀਅਡ, ਡਿਫਲੈਕਟ ਦਾ ਇਲੈਕਟ੍ਰੋਨ ਬੀਮ ਬਹੁਤ ਹੌਰੀਜ਼ੌਂਟਲ ਐਂਡ ਵਰਟੀਕਲ ਡਾਇਰੈਕਸ਼ਨ, ਇਹ ਆਪਾਂ ਸਾਰਾ ਸਟੱਡੀ ਕਰ ਚੁੱਕੇ ਹਾਂ, ਠੀਕ ਆ। ਸੋ ਥਿਊਰੀ ਜਿਹੜੀ ਹੈ ਤੁਸੀਂ ਆਪਣੀ ਨੋਟਬੁੱਕ ਦੇ ਉੱਪਰ ਨੋਟ ਕਰ ਲਿਓ, ਨੋਟਸ ਬਣਾ ਲਿਓ ਇਹਦੇ। ਉਸ ਤੋਂ ਬਾਅਦ 'ਚ ਮੇਰੇ ਕੋਲ ਫਲੋਰੋਸੈਂਟ ਸਕਰੀਨ ਆ ਜਾਂਦੀ ਹੈ। ਸੋ ਸਕਰੀਨ ਦਾ ਤੁਹਾਨੂੰ ਪਤਾ ਹੀ ਹੈ ਕਿ ਐਟ ਲਾਸਟ ਜਿਹੜੀ ਹੁੰਦੀ ਆਪਣੇ ਕੋਲ ਫਲੋਰੋਸੈਂਟ ਸਕਰੀਨ ਹੀ ਆਉਂਦੀ ਆ। ਜਿਹੜੀ ਫਲੋਰੋਸੈਂਟ ਸਕਰੀਨ ਹੁੰਦੀ ਹੈ ਇਹਦੇ ਉੱਪਰ ਜਿਹੜੇ ਇਲੈਕਟ੍ਰੋਨ ਹੁੰਦਾ ਟੋਟਲ ਸਪੌਟ ਕਰਦਾ ਹੈ, ਇੱਕ ਸਪੌਟ ਬਣਾਉਂਦਾ ਲਾਈਟ ਦਾ, ਜਿਹੜਾ ਕਿ ਬਾਅਦ ਵਿੱਚ ਮੂਵ ਹੁੰਦਾ ਡਿਫਲੈਕਸ਼ਨ ਸਿਸਟਮ ਦੇ ਨਾਲ। ਸੋ ਸਕਰੀਨ ਇਨਸਾਈਡ ਦਾ ਫੇਸ ਆਫ ਦਾ ਟਿਊਬ ਐਂਡ ਇਜ਼ ਕੋਟਡ ਵਿਦ ਸਮ ਫਲੋਰੋਸੈਂਟ ਮਟੀਰੀਅਲ। ਸੋ ਜ਼ਿੰਕ ਆਕਸਾਈਡ ਦਾ ਜ਼ਿੰਕ ਸਿਲੀਕੇਟਸ ਦੇ ਨਾਲ ਆਪਾਂ ਕੀ ਕੀਤਾ ਹੁੰਦਾ, ਉਹਨੂੰ ਕੋਟ ਕੀਤਾ ਹੁੰਦਾ ਪੂਰਾ ਵਾਈਟ ਕਲਰ ਦੇ ਨਾਲ, ਵਾਈਟ ਕੋਟਿੰਗ ਹੁੰਦੀ ਹੈ। ਵੈਨ ਹਾਈ ਵੈਲੋਸਿਟੀ ਇਲੈਕਟ੍ਰੋਨ ਸਟ੍ਰਾਈਕ ਦਾ ਸਿਗਨਲ ਸਪੌਟ ਆਫ ਲਾਈਟ ਇਜ਼ ਪ੍ਰੋਡਿਊਸਡ ਐਟ ਦਾ ਪੁਆਇੰਟ ਆਫ ਇੰਪੈਕਟ। ਜਿੱਥੇ ਵੀ ਇਲੈਕਟ੍ਰੋਨ ਬੀਮ ਜਿਹੜੀ ਹੈ ਸਟ੍ਰਾਈਕ ਕਰਦੇ ਉੱਥੇ ਇੱਕ ਬ੍ਰਾਈਟ ਸਪੌਟ ਬਣ ਜਾਂਦਾ। ਓਕੇ। ਦੈਨ ਆਪਣੇ ਕੋਲ ਗਲਾਸ ਬੋਡੀ ਆ ਜਾਂਦੀ। ਸੋ ਗਲਾਸ ਬੋਡੀ ਜਿਹੜੀ ਹੁੰਦੀ ਹੈ ਆਊਟਰ ਬੋਡੀ ਹੁੰਦੀ ਆ। ਸੋ ਹਾਈਲੀ ਇਵੈਕੂਏਟਡ ਗਲਾਸ ਟਿਊਬ ਹੁੰਦੀ ਹੈ, ਯਾਨੀ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਵੈਕਿਊਮ ਬਣਿਆ ਹੁੰਦਾ, ਬਿਲਕੁਲ ਵੀ ਏਅਰ ਨਹੀਂ ਹੁੰਦੀ ਇਹਦੇ ਵਿੱਚ। ਤੇ ਬਾਕੀ ਦਾ ਇਨਰ ਵਾਲ ਆਫ CRT ਐਂਡ ਨੈਕ ਐਂਡ ਸਕਰੀਨ ਕੋਟਡ ਵਿਦ ਕੰਡਕਟਿੰਗ ਮਟੀਰੀਅਲ ਨੋਨ ਐਜ਼ ਐਕੋਡੈਕ। ਸੋ ਐਕੋਡੈਕ ਜਿਹੜਾ ਹੁੰਦਾ ਇਸ ਮਟੀਰੀਅਲ ਦੀ ਆਪਾਂ ਕੋਟਿੰਗ ਕੀਤੀ ਹੁੰਦੀ ਆ ਇਹਦੇ ਅੰਦਰਲੇ ਪਾਸੇ, ਇਹਦੇ ਵਿੱਚ ਸ਼ਾਇਦ ਸ਼ੋ ਵੀ ਕੀਤਾ ਹੋਵੇ। ਜਿਹੜੀ ਆਹ ਵਾਲੀ ਹੁੰਦੀ ਨਾ, ਇਹਦੀ ਆਹ ਵਾਲੀ ਅੰਦਰਲੀ ਬੋਡੀ ਹੁੰਦੀ ਆ, ਆਹ ਅੰਦਰਲੀ ਸਾਈਡ ਜਿਹੜੀ ਹੁੰਦੀ ਆ ਦੋਨੋਂ ਪਾਸੇ ਉੱਪਰੋਂ ਵੀ ਤੇ ਥੱਲਿਓਂ ਵੀ, ਇਹ ਐਕੋਡੈਕ ਜਿਹੜਾ ਮਟੀਰੀਅਲ ਹੁੰਦਾ ਉਹਦੇ ਨਾਲ ਆਪਾਂ ਕੋਟਿੰਗ ਕੀਤੀ ਹੁੰਦੀ ਆ। ਸੋ ਇਹ ਆਪਾਂ ਤਾਂ ਕਰਦੇ ਆ ਤਾਂ ਕਿ ਜਿਹੜੇ ਸਕਰੀਨ ਆ ਨਾ ਉਹਦੇ ਉੱਪਰ ਹੀ ਫੋਕਸ ਰਵੇ, ਜਿਹੜੇ ਇਲੈਕਟ੍ਰੋਨ ਆ ਇੱਧਰ ਉੱਧਰ ਖਿਲਰਨ ਨਾ, ਠੀਕ ਆ। ਸੋ ਉਹੀ ਦੱਸਿਆ ਵੀ ਐਕੋਡੈਕ ਕੋਟਿੰਗ ਪ੍ਰੀਵੈਂਟ ਦਾ ਫਾਰਮੇਸ਼ਨ ਆਫ ਨੈਗੇਟਿਵ ਚਾਰਜ ਇਨ ਦਾ ਸਕਰੀਨ ਡਿਊ ਟੂ ਸਟ੍ਰਾਈਕਿੰਗ ਆਫ ਇਲੈਕਟ੍ਰੋਨ ਐਟ ਦਾ ਸਕਰੀਨ। ਦਸ ਕੋਟਿੰਗ ਮੇਨਟੇਨ ਦਾ ਇਕੁਇਲਿਬਰੀਅਮ ਔਨ ਸਕਰੀਨ, ਯਾਨੀ ਕਿ ਸਕਰੀਨ 'ਤੇ ਕੀ ਆ ਇੱਕ ਫੋਕਸ ਬਣਾ ਕੇ ਰੱਖਦੀ ਆ, ਜਿਹੜੇ ਇਲੈਕਟ੍ਰੋਨ ਹੁੰਦੇ ਉਹਨੂੰ ਸਕੈਟਰ ਨਹੀਂ ਹੋਣ ਦਿੰਦੀ। ਨੈਕਸਟ ਆਉਂਦਾ ਟਿਊਬ ਬੇਸ। ਸੋ ਟਿਊਬ ਬੇਸ ਜਿਹੜਾ ਹੁੰਦਾ ਇੱਕ ਪਰਟੀਕੂਲਰ ਐਂਡ ਦੇ ਉੱਪਰ ਲੱਗੀ ਹੁੰਦੀ ਹੈ, ਮੈਂ ਤੁਹਾਨੂੰ ਦਿਖਾ ਵੀ ਦੇਣਾ। ਦੇਖੋ ਆਹ ਟਿਊਬ ਬੇਸ ਹੁੰਦਾ, ਆਹ ਟਿਊਬ ਬੇਸ ਹੁੰਦਾ ਜਿਹਦੇ ਵਿੱਚ ਪਿੰਸ ਲੱਗੀਆਂ ਹੁੰਦੀਆਂ ਸਾਰੀਆਂ। ਸੋ ਟਿਊਬ ਬੇਸ ਇਜ਼ ਵਨ ਐਂਡ ਆਫ ਦਾ CRT ਇਨ ਵਿਚ ਪਿੰਸ ਆਫ ਐਕਸਟਰਨਲ ਕਨੈਕਸ਼ਨ ਆਰ ਕਨੈਕਟਡ। ਸੋ ਇੱਕ ਐਕਸਟਰਨਲ ਕਨੈਕਸ਼ਨ ਵਾਸਤੇ ਆਪਣੇ ਕੋਲ ਕੀ ਪਿੰਸ ਇਹਦੇ ਵਿੱਚ ਕਨੈਕਟਡ ਹੁੰਦੀਆਂ। ਸੋ ਇਹ ਸੀਗਾ ਮੇਰੇ ਕੋਲ ਅੱਜ ਦਾ ਟੌਪਿਕ ਆਪਣਾ CRT। ਸੋ CRO ਅਤੇ CRT ਇਹ ਦੋਨੋਂ ਹੀ ਬਹੁਤ ਇੰਪੋਰਟੈਂਟ ਟੌਪਿਕ ਆ, ਇਹ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੀ ਬਹੁਤ ਇੰਪੋਰਟੈਂਟ ਆ। ਸੋ ਇਸ ਕਰਕੇ ਇਹਨੂੰ ਛੱਡਣਾ ਨਹੀਂ ਕਿਸੇ ਨੇ ਵੀ, ਆਪਣੇ ਨੋਟਸ ਵਗੈਰਾ ਈਜ਼ੀਲੀ ਤੁਸੀਂ ਬਣਾ ਲਿਓ ਇਹ ਤੋਂ। ਜੇ ਨਾ ਸਮਝ ਲੱਗੀ ਦੱਸ ਦਿਓ, ਕੋਈ ਕੁਐਸਚਨ ਹੋਇਆ ਤਾਂ ਮੈਸੇਜ ਕਰ ਦਿਓ, ਤੁਹਾਨੂੰ ਕਲੀਅਰ ਕਰ ਦੇਵਾਂਗੇ ਸਾਰਾ, ਠੀਕ ਹੈ। ਓਕੇ, ਥੈਂਕ ਯੂ।